कंटिन्यू करते हैं जी। अगला प्रश्न है, विद रेफरेंस टू द रिलीजियस हिस्ट्री ऑफ इंडिया कंसिडर द फॉलोइंग स्टेटमेंट। धर्म की गल हो रही है, कुछ स्टेटमेंटा दित्तियां। विच ऑफ द स्टेटमेंट्स गिवन अबव आर करैक्ट। आपां देखना सही किहड़ियां। शतावीरावादिन्स बिलोंग टू द महायान बुद्धिज्म, पता नहीं सानू। लोकोटा रावादिन sect was an offshoot of Mahasangika sect of Buddhism, पता नहीं सानू। The deification of Buddha by Mahasangikas fostered Mahayana Buddhism। देखो ध्यान ਨਾਲ देखिए, महायान बुद्धिज्म ਵਿੱਚ ਭਗਵਾਨ ਬੁੱਧ ਨੂੰ ਭਗਵਾਨ ਮੰਨ ਲਿਆ ਗਿਆ ਸੀ, ਉਹਦੀ ਪੂਜਾ ਹੋਣ ਲੱਗ ਗਈ ਸੀ। ਪਰ ਕੀ ਉਹ ਮਹਾਯਾਨ ਦੇ ਸੈਕਟ ਮਹਾਸੰਗਿਕਾ ਦੁਆਰਾ ਸੀ? ਇੱਥੇ ਕੁੰਡੀ ਫਸ ਗਈ, ਸਾਨੂੰ ਨਹੀਂ ਪਤਾ। ਆ ਸਾਰੇ ਕੁਐਸਚਨ ਤੁਸੀਂ ਧਿਆਨ ਨਾਲ ਪੜ੍ਹੋਗੇ ਨਾ, ਇਹ ਫੈਕਚੁਅਲ ਜਿਹੇ ਆ ਤੇ ਆਪਾਂ ਇੱਥੇ ਗਲਤੀ ਕਰ ਸਕਦੇ ਹਾਂ। ਐਗਜ਼ਾਮੀਨਰ ਇਸ ਤਰ੍ਹਾਂ ਦੇ ਪ੍ਰਸ਼ਨ ਵੀ ਪਾਉਂਦਾ ਆ ਕਿ ਤੁਸੀਂ ਨਾ ਝਾਂਸੇ 'ਚ ਆ ਜਾਓ, ਤੁਸੀਂ ਕਹੋ ਓਹੋ ਇੰਨਾ ਪੜ੍ਹਨਾ ਪੈਣਾ ਆ UPSC ਲਈ, ਇੱਥੋਂ ਤੱਕ ਵੀ ਪ੍ਰਸ਼ਨ ਪੁੱਛੇ ਜਾਂਦੇ ਆ, ਇੱਥੋਂ ਤੱਕ ਵੀ ਪ੍ਰਸ਼ਨ ਪੁੱਛੇ ਜਾਂਦੇ ਆ। ਇਹਨਾਂ ਝਾਂਸਿਆਂ 'ਚ ਨਹੀਂ ਆਉਣਾ ਤੁਸੀਂ, ਕਿਉਂਕਿ ਇਹ ਪ੍ਰਸ਼ਨ ਕੁਛ ਜ਼ਰੂਰ ਤੋਂ ਜ਼ਿਆਦਾ ਟਫ ਪੁੱਛੇ ਜਾਂਦੇ ਆ ਤੇ ਇਹਨਾਂ ਨੂੰ ਸਕਿਪ ਕਰਨਾ ਹੀ ਸਹੀ ਰਹਿੰਦਾ ਆ। ਤੇ ਜਿਹੜੀ ਤੁਹਾਡੀ ਐਨਰਜੀ ਆ ਨਾ, ਇੰਨਾ ਡੀਪਲੀ ਇੰਨਾ ਜਿਹੜੇ ਹੈਗੇ ਟਫ ਟੌਪਿਕ ਪੜ੍ਹਨ ਨਾਲੋਂ ਚੰਗਾ ਆ ਤੁਸੀਂ ਕਿਸੇ ਹੋਰ ਪਾਸੇ ਪੜ੍ਹ ਕੇ ਜਿਹੜੇ ਕੁਛ ਆਸਾਨ ਟੌਪਿਕ ਆ ਉਹਨਾਂ ਨੂੰ ਪੜ੍ਹ ਕੇ ਤੁਸੀਂ ਨੰਬਰ ਲੈ ਲਓ, ਠੀਕ ਹੈ। ਇੰਨਾ ਡੀਪ ਨਹੀਂ ਅਸੀਂ ਜਾਣਾ ਤੇ ਇਹਨੂੰ ਸਕਿਪ ਕਰਨਾ ਪ੍ਰਸ਼ਨ ਨੂੰ। ਆਨਸਰ ਅਸੀਂ ਪੜ੍ਹ ਲੈਂਦੇ ਹਾਂ ਜੀ, ਕਿਉਂਕਿ ਇੱਕ ਵਾਰੀ ਆ ਗਿਆ UPSC ਵਿੱਚ ਇਹ ਪ੍ਰਸ਼ਨ, ਇਹਦਾ ਮਤਲਬ ਦੂਸਰੀ ਵਾਰ ਵੀ ਆ ਸਕਦਾ ਆ। ਆਨਸਰ ਸਮਝ ਲੈਣਾ ਜੀ। फोर्थ काउंसिल कन्वीनड इन कश्मीर अंडर द पैट्रोनेज ऑफ कनिष्का। ਸਾਨੂੰ ਇਹ ਪਤਾ ਕਿ ਬੋਧੀਆਂ ਦੀਆਂ 4 ਕੌਂਸਲਾਂ ਹੋਈਆਂ ਸੀਗੀਆਂ, ਤਾਂ ਜਿਹੜੀ ਚੌਥੀ ਕੌਂਸਲ ਹੋਈ ਸੀ ਕਸ਼ਮੀਰ ਵਿੱਚ, ਕੇ ਤੋਂ ਕਸ਼ਮੀਰ, ਕੇ ਤੋਂ ਕਨਿਸ਼ਕ, ਉਹਦੇ ਵਿੱਚ ਜਿਹੜਾ ਮਹਾਯਾਨ ਬੁੱਧਿਜ਼ਮ ਆ ਉਹਨਾਂ ਆਪਣਾ ਨਿਖਰਿਆ ਰੂਪ ਧਾਰ ਹੋ ਕੇ ਪੇਸ਼ ਹੋਇਆ। ਉਹਦੇ ਵਿੱਚ ਉਹਦੀ ਫਾਈਨਲ ਵੀ ਇਹ ਧਰਮ ਕਿਸ ਤਰ੍ਹਾਂ ਦਾ ਆ, ਮਹਾਯਾਨ ਬੁੱਧਿਜ਼ਮ ਕੀ ਆ, ਉਹਨੇ ਆਪਣਾ ਸ਼ੇਪ ਲਿਆ। It resulted into division of all Buddhists into 2 major sects। ਹੁਣ ਬੋਧੀ 2 ਹਿੱਸਿਆਂ ਵਿੱਚ ਵੰਡ ਗਏ, ਠੀਕ ਹੈ ਜੀ। ਇੱਕ ਸੀਗੇ ਮਹਾਯਾਨ, ਇੱਕ ਸੀ ਹੀਨਯਾਨ। ਅੱਗੇ ਪੜ੍ਹਦੇ ਹਾਂ ਜੀ। ਸਰਵਾਸਟੀਵਾਦਨਸ ਕੌਣ ਸੀ? ਪੋਪੂਲਰ ਇਨ ਕਸ਼ਮੀਰ ਐਂਡ ਮਥੁਰਾ ਰੀਜਨ। ਇਹ ਪ੍ਰਸ਼ਨ ਵੀ ਆ ਸਕਦਾ ਕਿ ਉਹ ਬੁੱਧ ਦੀ ਉਹ ਕਿਹੜੀ ਬ੍ਰਾਂਚ ਆ ਜਿਹੜੀ ਕਸ਼ਮੀਰ ਤੇ ਮਥੁਰਾ ਰੀਜਨ ਵਿੱਚ ਜ਼ਿਆਦਾ ਪੋਪੂਲਰ ਆ, ਉਹ ਜੀ ਸਰਵਾਸਟੀਵਾਦਨਸ ਹੁੰਦੇ ਆ। ਤੇ ਦੂਸਰੇ ਹੁੰਦੇ ਜੀ ਮਹਾਸੰਗਿਕਾ together forming the Mahayanist followers of greater vehicle। ਯਾਨ ਹੁੰਦਾ ਜੀ ਤੁਹਾਡਾ ਵਹੀਕਲ, ਤੁਹਾਡਾ ਜਿਹੜਾ ਹੁੰਦਾ ਨਹੀਂ ਮੋਟਰ ਕਾਰ, ਰੱਥ ਵਗੈਰਾ, ਇਹ ਸਾਰੇ ਵਹੀਕਲਸ ਆ, ਹੈ ਨਾ, ਸਾਡੇ ਵਾਹਨ ਆ। ਮਹਾਯਾਨ ਮਤਲਬ ਵੱਡਾ, ਗ੍ਰੇਟਰ ਵਹੀਕਲ। ਹੁਣ ਇੱਕ ਧਰਮ ਬਣਿਆ ਉੱਥੇ ਜੀ ਬੋਧੀਆਂ ਦਾ ਮਹਾਯਾਨ, ਠੀਕ। ਉਹਨਾਂ ਦੇ ਅੱਗੇ 2 ਹੁੰਦੇ ਸੀ ਜੀ, ਸਰਵਾਸਟੀਵਾਦਨ ਤੇ ਮਹਾਸੰਘ। ਇਹ ਦੋਨੋਂ ਮਿਲ ਕੇ ਬਣ ਗਏ ਜੀ ਮਹਾਯਾਨਿਸਟ, ਠੀਕ ਹੈ ਜੀ। ਤੇ ਦੂਸਰਾ ਧਰਮ ਜਿਹੜਾ ਪਹਿਲਾਂ ਤੋਂ ਚੱਲਦਾ ਆ ਰਿਹਾ ਸੀ, ਜਿਹੜਾ ਸਮਰਾਟ ਅਸ਼ੋਕ ਨੇ ਜਿਸ ਦਾ ਪ੍ਰਚਾਰ ਕੀਤਾ ਸੀ ਸ਼ੁਰੂਆਤੀ ਵਾਲਾ, ਉਹਨੂੰ ਕਹਿੰਦੇ ਜੀ ਹੀਨਯਾਨਿਸਟ। ਹੀਨ ਮਤਲਬ ਲੈਸਰ ਵਹੀਕਲ। ਤੇ ਇਹਦੇ ਅੰਤਰਗਤ ਆਉਂਦੇ ਸੀ ਜੀ ਸ਼ਤਾਵੀਰਾਵਾਦਿਨਸ ਅਤੇ ਅਦਰਸ, ਕੁਛ ਹੋਰ ਵੀ ਹੋਣਗੇ। ਇਹ ਸਾਰੇ ਮਿਲ ਕੇ ਕੀ ਬਣੇ? ਹੀਨਯਾਨਿਸਟ। ਇਹ ਤੁਸੀਂ ਹੁਣ ਪੜ੍ਹ ਲੈਣੇ ਆ ਜੀ। ਮਹਾਯਾਨ ਵਾਲੇ ਕਿਹੜੇ ਸੀ ਸੈਕਟ, ਤੇ ਹੀਨਯਾਨ ਵਿੱਚ ਕਿਹੜੇ ਸੈਕਟ ਹੁੰਦੇ ਸੀ। ਧਿਆਨ ਨਾਲ ਦੇਖੀ ਜਰਾ। ਆ ਦੇਖੋ ਬੁੱਧ ਧਰਮ ਹੀਨਯਾਨ, ਮਹਾਯਾਨ, ਤੇ ਅੱਗੇ ਹੀਨਯਾਨ ਦੀ ਕਿਹੜੀਆਂ ਬ੍ਰਾਂਚਾਂ ਆ ਗਈਆਂ, ਤੇ ਇੱਥੋਂ ਮਹਾਯਾਨ ਦੀਆਂ ਕਿਹੜੀਆਂ 1-2 ਬ੍ਰਾਂਚਾਂ। ਇਹ 1-2 ਤੁਸੀਂ ਗੱਲਾਂ ਸਮਝ ਲੈਣੀਆਂ, ਯਾਦ ਕਰ ਲੈਣੀਆਂ ਲਿਖ ਕੇ। ਦਸ ਸ਼ਤਾਵੀਰਾਵਾਦਿਨਸ ਇਜ਼ ਨੋਟ ਪਾਰਟ ਆਫ ਮਹਾਯਾਨ, ਠੀਕ ਹੈ ਜੀ। ਦ ਮਹਾਸੰਘਿਕਾ ਗੇਵ ਰਾਈਜ਼ ਟੂ ਦ ਫੋਲੋਇੰਗ ਸੈਕਟਸ। ਅੱਗੇ ਮਹਾਸੰਘ ਦੇ ਵੀ ਕੁਛ ਹੋਰ ਸੈਕਟ ਆ ਜੀ। ਏਕਾ ਵਿਆਹਾਰਿਕਾ, ਲੋਕੋਟਰਾਵਾਦਿਨ, ਕੁਕੂਟੀਆ, ਹੈ ਨਾ, ਕੁਕੂਟਿਕਾਸ। ਆ ਸਾਰੇ ਹੈ ਜੀ ਟਫ ਜਿਹੇ ਨਾਂ ਆ, ਇਹ ਭਾਵੇਂ ਤੁਸੀਂ ਨਾਂ ਹੀ ਯਾਦ ਕਰੋ। ਇਹ ਟਫ ਪ੍ਰਸ਼ਨ ਸੀ, ਮੈਂ ਉਹਨਾਂ ਤਾਂ ਛੱਡ ਕੇ ਆਉਣਾ। ਅੱਗੇ ਦੇਖਦੇ ਹਾਂ ਜੀ। ਅੱਛਾ, ਤੁਸੀਂ ਨਾ ਇਹ ਪ੍ਰਸ਼ਨਾਂ ਨੂੰ ਪੜ੍ਹ ਕੇ ਆਪਣੀ ਨਾ ਤਿਆਰੀ ਨਹੀਂ ਖਰਾਬ ਕਰ ਲੈਣੀ ਵੀ ਹਾਂ ਜੀ ਆਹ ਪ੍ਰਸ਼ਨ ਤਮਿਲਨਾਡੂ ਬੋਰਡ ਵਾਲੀ ਕਿਤਾਬ 'ਚ ਹੈ ਨਹੀਂ ਸੀ, ਆਹ ਪ੍ਰਸ਼ਨ NCERT ਵਿੱਚ ਹੈ ਨਹੀਂ ਸੀ, ਆਹ ਪ੍ਰਸ਼ਨ ਫਲਾਣੇ ਆਥਰ ਦੀ ਕਿਤਾਬ ਵਿੱਚ ਸੀ। ਬਸ ਇੰਨੀ ਗੱਲ ਕਰਕੇ ਤੁਸੀਂ ਉਹ ਪੂਰੀ ਦੀ ਪੂਰੀ ਕਿਤਾਬ ਪੜ੍ਹਨ ਲੱਗ ਜਾਓ। ਨਾ, ਇਸ ਤਰ੍ਹਾਂ ਤਿਆਰੀ ਖਰਾਬ ਹੋ ਜਾਂਦੀ ਆ। ਅੱਗੇ ਦੇਖਦੇ ਹਾਂ ਜੀ। ਕੰਸੀਡਰ ਦਾ ਫੋਲੋਇੰਗ ਇਵੈਂਟਸ ਇਨ ਦਾ ਹਿਸਟਰੀ ਆਫ ਇੰਡੀਆ। ਇਵੈਂਟਸ ਹੋਏ ਜੀ, ਕੁਛ ਘਟਨਾਵਾਂ ਹੋਈਆਂ ਤੇ ਉਹਨਾਂ ਦਾ ਕੀ ਕਰਨਾ ਆਪਾਂ
ਕਰੈਕਟ ਕ੍ਰੋਨੋਲੋਜੀਕਲ ਆਰਡਰ ਦੇਖਣਾ ਜੀ, ਵੀ ਪਹਿਲਾਂ ਕਿਹੜਾ ਹੋਇਆ, ਬਾਅਦ ਵਿੱਚ ਕਿਹੜਾ ਹੋਇਆ, ਉਹਨਾਂ ਦੀ ਸੀਕੁਐਂਸ ਦੇਖਣੀ ਆ। ਸਾਨੂੰ ਇੰਨਾ ਨਹੀਂ ਪਤਾ, ਅੰਦਾਜ਼ਾ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਰਾਈਜ਼ ਆਫ ਪ੍ਰਤੀਹਾਰਸ ਅੰਡਰ ਕਿੰਗ ਭੋਜ। ਪ੍ਰਤੀਹਾਰ ਇਹ ਤੁਹਾਡੇ ਰਾਜਸਥਾਨ ਸਾਈਡ ਸੀ, ਕਿੰਗਡਮਸ ਵਗੈਰਾ। ਮੈਨੂੰ ਬਹੁਤਾ ਨਹੀਂ ਪਤਾ, ਤੁਹਾਨੂੰ ਵੀ ਨਹੀਂ ਪਤਾ, ਪਰ ਇੰਨਾ ਪਤਾ ਕਿ ਇਹ ਏਸ਼ੀਅਨ ਘੱਟ ਸੀਗੇ ਅਤੇ ਮਿਡੇਵਲ ਦੇ ਟਾਈਮ 'ਤੇ ਸੀਗੇ। ਰਾਜਪੂਤਾਂ ਦਾ ਰਾਈਜ਼ ਆ ਇੱਕ ਹਿਸਾਬ ਦਾ ਇਹ, ਅਤੇ ਇਹ 9ਵੀਂ ਸ਼ਤਾਬਦੀ ਦੇ ਕਰੀਬ ਗੱਲਾਂ ਹੈ ਜੀ। ਇਹ 9ਵੀਂ 8ਵੀਂ 9ਵੀਂ ਇਸ ਤਰ੍ਹਾਂ ਕੁਛ, 8ਵੀਂ 9ਵੀਂ 10ਵੀਂ ਕੁਛ ਹੋ ਗਈਆਂ। ਐਸਟੈਬਲਿਸ਼ਮੈਂਟ ਆਫ ਪੱਲਵ ਪਾਵਰ ਅੰਡਰ ਮਹਿੰਦਰ ਵਰਮਨ I। ਆਹ ਤੁਹਾਨੂੰ ਥੋੜ੍ਹਾ ਪਤਾ ਹੋਣਾ ਆ ਜੀ, 7ਵੀਂ 8ਵੀਂ ਸ਼ਤਾਬਦੀ ਦੀ ਗੱਲਾਂ ਹੋ ਰਹੀਆਂ ਆ, ਠੀਕ ਹੈ ਜੀ। ਐਸਟੈਬਲਿਸ਼ਮੈਂਟ ਆਫ ਚੋਲਾ ਪ੍ਰਨਟਾਕਾ I। ਚੋਲ ਰਾਜ ਸਥਾਪਿਤ ਹੋਇਆ ਜੀ ਜਾ ਕੇ 10ਵੀਂ ਸ਼ਤਾਬਦੀ ਦੇ ਕਰੀਬ, ਹੈ ਨਾ। ਦੂਸਰੇ ਵਾਲੇ ਚੋਲ ਆਏ ਸੀ ਜਦੋਂ, ਸੈਕਿੰਡ ਵਾਰ, ਦੂਸਰੀ ਵਾਰ। ਪਾਲਾ ਡਾਇਨੈਸਟੀ ਫਾਊਂਡਡ ਬਾਈ ਗੋਪਾਲਾ। ਇਹ ਵੀ 8ਵੀਂ ਸ਼ਤਾਬਦੀ ਦੀਆਂ ਗੱਲਾਂ ਆ, ਅਤੇ ਪਰ ਤੁਹਾਨੂੰ ਇੰਨਾ ਪਤਾ ਆ ਕਿ ਆਹ ਜਿਹੜਾ ਪਹਿਲਾ ਆ ਉਹ ਦੇਖੋ, ਇੰਨਾ ਸਾਨੂੰ ਪਤਾ ਲੱਗ ਗਿਆ ਕਿ ਪੱਲਵ ਪੁਰਾਣੇ ਸੀ, ਇਹਦਾ ਮਤਲਬ ਦੂਜਾ ਪਹਿਲਾਂ ਆਉਣਾ ਚਾਹੀਦਾ, ਹੈ ਨਾ। ਪੱਲਵ ਪੁਰਾਣੇ ਸੀ, ਇਹ ਸੀ ਹੋ ਗਿਆ, ਠੀਕ। ਅਤੇ ਇਹਨਾਂ ਨੂੰ ਛੱਡ ਦਿਓ ਤੁਸੀਂ। ਫਿਰ ਦੂਜੇ ਤੋਂ ਬਾਅਦ 7ਵੇਂ ਤੋਂ ਬਾਅਦ ਗੋਪਾਲਾ ਅਤੇ ਜਾਂ ਕਿੰਗ ਭੋਜ ਪਹਿਲਾ, ਦੂਜੀ ਤੋਂ ਬਾਅਦ ਚੌਥਾ ਜਾਂ ਪਹਿਲਾ। ਇਹ ਹੁਣ ਪ੍ਰਸ਼ਨ ਟਫ ਹੋ ਗਿਆ, ਆਪਾਂ ਪੜ੍ਹ ਲੈਂਦੇ ਜੀ ਆਨਸਰ। ਆਪਾਂ ਇਸ ਤਰ੍ਹਾਂ ਕੋਸ਼ਿਸ਼ ਕੀਤੀ ਆਨਸਰ ਲੱਭਣ ਦੀ, ਕੁਛ ਹੱਦ ਤੱਕ ਆਪਾਂ ਗਏ, ਸਾਨੂੰ ਆਨਸਰ ਨਹੀਂ ਮਿਲਿਆ, ਅਤੇ ਤੁੱਕਾ ਨਹੀਂ ਮਾਰਨਾ, ਅਸੀਂ ਆਨਸਰ ਪੜ੍ਹ ਲੈਂਦੇ ਜੀ। ਮਹਿੰਦਰ ਵਰਮਨ ਪੱਲਵ ਕਿੰਗ ਸੀ, ਇਹ ਹੋਈ ਜੀ 6ਵੀਂ 7ਵੀਂ ਸ਼ਤਾਬਦੀ ਦੀ ਗੱਲ, ਠੀਕ ਹੈ ਜੀ। ਗੋਪਾਲਾ ਪਾਲਾ ਰਾਜ, ਇਹ ਹੋ ਗਏ ਜੀ ਤੁਹਾਡੇ ਪਾਲਾ ਰਾਜ। ਦੇਖੋ ਨਾ, ਪਾਲਾ ਡਾਇਨੈਸਟੀ, ਇਹ ਵੈਸਟ ਬੰਗਾਲ ਦੀ ਗੱਲ ਆ। ਇਹ ਸਾਰੀਆਂ ਡਾਇਨੈਸਟੀਆਂ ਇੰਪੋਰਟੈਂਟ ਆ। ਇਹ ਜੀ 8ਵੀਂ ਸ਼ਤਾਬਦੀ ਦੀ ਗੱਲ ਹੋ ਗਈ, ਠੀਕ ਹੈ ਜੀ। ਰਾਜਾ ਭੋਜ ਪ੍ਰਤੀਹਾਰਾ, ਇਹ 9ਵੀਂ ਸ਼ਤਾਬਦੀ ਦੀ ਗੱਲ ਹੋ ਗਈ। ਪ੍ਰਾਂਟਕਾ ਚੋਲਾ, ਇਹ 10ਵੀਂ ਸ਼ਤਾਬਦੀ ਦੀ ਗੱਲ ਹੋ ਗਈ, ਠੀਕ ਹੈ ਜੀ। ਹੁਣ ਤੁਸੀਂ ਉਸ ਹਿਸਾਬ ਨਾਲ ਆਨਸਰ ਲਿਖ ਦੇਣਾ। ਆਨਸਰ ਹੈ ਜੀ ਸੀ, ਆਹ ਵਾਲਾ। ਇਹ ਯਾਦ ਰੱਖਣਾ, ਤੁਸੀਂ ਲਿਖ ਲਿਓ। ਅੱਗੇ ਦੇਖੋ ਜੀ, ਵਿਚ ਆਫ ਦਾ ਫੋਲੋਇੰਗ ਫਰੇਜ਼ਸ ਡਿਫਾਈਨਸ ਦਾ ਨੇਚਰ ਆਫ ਦਾ ਹੁੰਡੀ। ਹੁੰਡੀ ਕੀ ਹੁੰਦਾ ਜੀ? ਹੁੰਡੀ HUNDI ਜਨਰਲੀ ਰੈਫਰ ਟੂ ਇਨ ਦਾ ਸੋਰਸਸ ਆਫ ਦਾ ਪੋਸਟ ਹਰਸ਼ਾ ਪੀਰੀਅਡ। ਹਰਸ਼ ਵਰਧਨ ਤੋਂ ਬਾਅਦ ਵਾਲੇ ਸਮੇਂ ਵਿੱਚ ਹੁੰਦੀਆਂ ਦਾ ਕਾਫੀ ਜ਼ਿਕਰ ਆ। ਹੁੰਦੀ, ਇਹ ਤੁਸੀਂ NCERT ਦੀ ਕਿਤਾਬ ਪੜ੍ਹੋਗੇ ਨਾ, ਉਹਦੇ ਵਿੱਚ ਹੁੰਦੀ ਬਾਰੇ ਦੱਸਿਆ ਜੀ। ਬੇਸਿਕਲੀ ਹੁੰਦੀ ਇਸ ਤਰ੍ਹਾਂ ਦੀ ਗੱਲ ਆ ਕਿ ਜਿੱਦਾਂ ਤੁਸੀਂ ਇੱਕ ਥਾਂ 'ਤੇ ਪੈਸਾ ਜਮ੍ਹਾਂ ਕਰਾਤਾ, ਉਹਨਾਂ ਨੇ ਤੁਹਾਨੂੰ ਇੱਕ ਚੈੱਕ ਜਿਹਾ ਦੇ ਦਿੱਤਾ, ਮਤਲਬ ਰਸੀਦ ਦੇ ਦਿੱਤੀ, ਤਾਂ ਇਹੀ ਰਸੀਦ ਤੁਸੀਂ ਕਿਸੇ ਹੋਰ ਥਾਂ ਜਾਓਗੇ, ਉੱਥੇ ਦਿਖਾਓਗੇ ਤਾਂ ਤੁਹਾਨੂੰ ਪੈਸੇ ਮਿਲ ਜਾਣੇ ਆ। ਸਿੰਪਲ ਗੱਲ ਕਹੀਏ ਕਿ ਤੁਸੀਂ ਪੈਸੇ ਇੱਕ ਥਾਂ ਤੋਂ ਦੂਜੇ ਥਾਂ ਨਹੀਂ ਲਿਜਾ ਸਕਦੇ, ਤਾਂ ਤੁਸੀਂ ਕੀ ਕੀਤਾ, ਇੱਕ ਥਾਂ 'ਤੇ ਜਮ੍ਹਾਂ ਕਰਾਤੇ, ਉਹ ਰਸੀਦ ਲੈ ਲਈ, ਅਤੇ ਦੂਜੀ ਥਾਂ 'ਤੇ ਜਾ ਕੇ ਉਹ ਰਸੀਦ ਦਿਖਾਈ ਤਾਂ ਤੁਹਾਨੂੰ ਪੈਸੇ ਮਿਲ ਗਏ। ਵਪਾਰੀ ਇਹ ਸਿਸਟਮ ਦਾ ਯੂਜ਼ ਕਰਦੇ ਸੀ ਪੁਰਾਣੇ ਸਮੇਂ ਵਿੱਚ ਵੀ, ਇਹਨੂੰ ਕਹਿੰਦੇ ਸੀ ਹੁੰਦੀ। ਇਹ ਕੀ ਹੋ ਗਿਆ ਜੀ? ਬਿੱਲ ਆਫ ਐਕਸਚੇਂਜ। ਵਿਦ ਰੈਫਰੈਂਸ ਟੂ ਦਾ ਹਿਸਟਰੀ ਆਫ ਇੰਡੀਆ, ਹਿਸਟਰੀ ਦੀ ਗੱਲ ਹੋ ਰਹੀ ਹੈ। ਤਾਂ ਟਰਮਸ ਕੁਲੀਆ ਵਾਪਾ ਐਂਡ ਦਰੋਨਾ ਵਾਪਾ, ਇਹ ਕੀ ਹੈ ਜੀ? ਇਹ ਵੀ ਟਫ ਪ੍ਰਸ਼ਨ ਆ, ਨਹੀਂ ਪਤਾ। ਆ ਦੇਖੋ ਕਿੰਨਾ ਕੁਝ ਲਿਖਿਆ, ਮੈਜਰਮੈਂਟ ਆਫ ਲੈਂਡ, ਕੋਇਨਸ ਆਫ ਡਿਫਰੈਂਟ ਮੋਨਟਰੀ ਵੈਲਿਊ, ਕਲਾਸੀਫਿਕੇਸ਼ਨ ਆਫ ਅਰਬਨ ਲੈਂਡ, ਰਿਲੀਜੀਅਸ ਰਿਚੁਅਲਸ ਵਗੈਰਾ। ਮੈਂ ਤੁਹਾਨੂੰ ਆਪਣੀ ਪਰਸਨਲ ਐਗਜ਼ਾਮਪਲ ਦੱਸਦਾ, ਮੈਂ ਕਦੀ ਵੀ ਇਸ ਤਰ੍ਹਾਂ ਦੇ ਪ੍ਰਸ਼ਨਾਂ ਉੱਤੇ ਤੁੱਕਾ ਮਾਰਿਆ, ਹਮੇਸ਼ਾ ਗਲਤ ਹੀ ਹੋਇਆ, ਇਸ ਲਈ ਆਪਾਂ ਰਿਸਕ ਨਹੀਂ ਲੈਣਾ, ਠੀਕ ਹੈ ਜੀ। ਵੈਸੇ ਇਹ ਹੈ ਜੀ ਮੈਜਰਮੈਂਟ ਆਫ ਲੈਂਡ ਹੈ, ਕੁਲੀਆ ਵਾਪਾ ਐਂਡ ਦਰੋਣਾ ਵਾਪ ਐਂਡ ਕੁਲੀਆ ਵਾਪ, ਇਹ ਮੈਜਰਮੈਂਟ ਆਫ ਲੈਂਡ ਹੈ ਜੀ। ਮੈਜਰਮੈਂਟ ਆਫ ਲੈਂਡ, ਡਿਫਰੈਂਟ ਟਰਮਸ ਯੂਜ਼ਡ ਡਿਊਰਿੰਗ ਗੁਪਤਾ ਏਜ, ਗੁਪਤ ਕਾਲ ਦੌਰਾਨ ਆਪਣਾ ਜ਼ਮੀਨ ਨੂੰ ਮਾਪਣ ਲਈ ਅਲੱਗ-ਅਲੱਗ ਟਰਮਸ ਸੀ ਜੀ। ਮੈਂਸ਼ਨ ਇਨ ਡਿਫਰੈਂਟ ਇਨਸਕ੍ਰਿਪਸ਼ਨਸ, ਅਲੱਗ-ਅਲੱਗ ਸ਼ਿਲਾਲੇਖਾਂ ਵਿੱਚ ਮੈਂਸ਼ਨ ਆ, ਇਹ ਤੁਸੀਂ ਹੁਣ ਲਿਖ ਲੈਣਾ, ਯਾਦ ਕਰ ਲੈਣਾ। ਵੈਸੇ ਤੁਸੀਂ ਜੇ ਕਹੋ ਕਿ ਮੈਂ ਹਰੇਕ ਸਮੇਂ ਵਿੱਚ, ਹਰਸ਼ਵਰਧਨ ਦੇ ਸਮੇਂ, ਗੁਪਤ ਕਾਲ ਦੇ ਸਮੇਂ, ਮੁਗਲਾਂ ਦੇ ਸਮੇਂ, ਦਿੱਲੀ ਸਲਤਨਤ ਦੇ ਸਮੇਂ ਮੈਂ ਯਾਦ ਕਰਨ ਲੱਗ ਪਵਾਂ ਕਿ ਮੈਜਰਮੈਂਟ ਆਫ ਲੈਂਡ ਕੀ ਸੀ, ਤਾਂ ਉਹ ਗਲਤ ਅਪਰੋਚ ਹੋਏਗੀ। ਇੰਨੇ ਅਸੀਂ ਜ਼ਿਆਦਾ ਟਰਮੀਨੋਲੋਜੀਆਂ ਦੇ ਉੱਤੇ, ਹੈ ਨਾ, ਉਹਨੂੰ ਰੱਟਾ ਮਾਰ ਕੇ ਆਪਣੇ ਦਿਮਾਗ ਉੱਤੇ ਬੋਝ ਨਹੀਂ ਪਾਉਣਾ। ਅੱਗੇ ਦੇਖਦੇ ਹਾਂ ਜੀ, ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਹੂ ਅਮੰਗ ਦਾ ਫੋਲੋਇੰਗ ਰੂਲਰਸ, ਕਿਸੇ ਰਾਜੇ ਦੀ ਗੱਲ ਹੋ ਰਹੀ ਹੈ, ਐਡਵਾਈਜ਼ਡ ਹਿਜ਼ ਸਬਜੈਕਟਸ ਥਰੂ ਦਿਸ ਇਨਸਕ੍ਰਿਪਸ਼ਨ, ਵੀ ਆਹ ਵਾਲੇ ਸ਼ਿਲਾਲੇਖ ਦੁਆਰਾ ਕਿਸ ਰਾਜੇ ਨੇ ਆਪਣੇ ਪ੍ਰਜਾ ਨੂੰ ਸਲਾਹ ਦਿੱਤੀ ਹੈ,
ਆਹ ਵਾਲੀ ਗੱਲ ਕਹੀ ਹੈ। ਲਿਖਿਆ ਹੈ ਜੀ, whosoever praises his religious sect, ਜਿਹੜਾ ਕੋਈ ਆਪਣੇ ਧਰਮ ਨੂੰ ਜ਼ਿਆਦਾ ਵਧੀਆ ਦੱਸਦਾ ਆ ਜਾਂ blames other sects out of excessive devotion to his own sect, ਦੂਸਰੇ ਧਰਮਾਂ ਨੂੰ ਉੱਤੇ ਨਿੰਦਾ ਕਰਦਾ ਆ, ਉਹਨਾਂ ਨੂੰ ਕਹਿੰਦਾ ਕਿ ਉਹਨਾਂ ਉੱਤੇ ਦੋਸ਼ ਲਾਉਂਦਾ ਆ ਸਿਰਫ ਇਸ ਲਈ ਕਿਉਂਕਿ ਉਹਦੀ ਆਪਣੀ ਡਿਵੋਸ਼ਨ ਆ ਆਪਣੇ ਧਰਮ ਪ੍ਰਤੀ। ਦੇਖੋ ਧਿਆਨ ਨਾਲ ਦੇਖੋ ਵੀ ਇਹ ਕੋਟ ਬੜਾ ਇੰਪੋਰਟੈਂਟ ਆ। ਅੱਜ ਦੇ ਸਮੇਂ ਵਿੱਚ ਵੀ ਇਹੀ ਗੱਲ ਹੋ ਰਹੀ ਆ ਕਿ ਅਸੀਂ ਡਿਵੋਸ਼ਨ ਵਿੱਚ ਇੰਨੇ ਬਹਿ ਜਾਂਦੇ ਹਾਂ ਕਿ ਅਸੀਂ ਆਪਣੇ ਧਰਮ ਦੀ ਪ੍ਰਸ਼ੰਸਾ ਕਰਦੇ ਰਹਿੰਦੇ ਹਾਂ ਅਤੇ ਦੂਸਰੇ ਨੂੰ ਨਿੰਦਦੇ ਰਹਿੰਦੇ ਹਾਂ। ਇਸ ਲਈ ਇਹ ਕੋਟ ਬਹੁਤ ਜ਼ਰੂਰੀ ਹੋ ਜਾਂਦਾ ਜੀ। ਤਾਂ ਇੱਕ ਰਾਜੇ ਨੇ ਕਿਹਾ ਸੀ ਸ਼ਿਲਾਲੇਖ ਦੁਆਰਾ ਵੀ ਆਪਣੇ ਧਰਮ ਦੀ ਜ਼ਿਆਦਾ ਪ੍ਰਸ਼ੰਸਾ ਨਹੀਂ ਕਰਨੀ ਤਾਂ ਦੂਸਰੇ ਦੀ ਨਿੰਦਾ ਨਹੀਂ ਕਰਨੀ। ਵਿਦ ਦਾ ਵਿਊ ਆਫ ਗਲੋਰੀਫਾਈਂਗ ਹਿਜ਼ ਓਨ ਸੈਕਟ, ਬਸ ਮੇਰਾ ਧਰਮ ਮਹਾਨ। ਹੀ ਰਾਦਰ ਇੰਜਰਸ ਹਿਜ਼ ਓਨ ਸੈਕਟ ਵੈਰੀ ਸੀਵਰਲੀ, ਜੇ ਉਹ ਇਸ ਤਰ੍ਹਾਂ ਕਰਦਾ ਆ ਤਾਂ ਉਹ ਆਪਣੇ ਹੀ ਧਰਮ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਆ। ਕਹਿਣ ਦਾ ਭਾਵ ਦੂਸਰੇ ਧਰਮ ਦੀ ਨਿੰਦਾ ਨਹੀਂ ਕਰਨੀ। ਇਹ ਗੱਲ ਕਿਹੜੇ ਰਾਜੇ ਨੇ ਕਹੀ ਆ? ਥੋੜ੍ਹਾ ਦਿਮਾਗ ਲਾਵਾਂਗੇ। ਦੇਖੋ ਜੀ, ਅਸ਼ੋਕਾ ਨੇ, ਸਮੁੰਦਰ ਗੁਪਤ ਨੇ, ਹਰਸ਼ਵਰਧਨ ਨੇ, ਕ੍ਰਿਸ਼ਨ ਦੇਵ ਰਾਇਆ ਨੇ। ਅਤੇ ਸਮੁੰਦਰ ਗੁਪਤ ਦੇ ਸ਼ਿਲਾਲੇਖਾਂ ਵਿੱਚ ਇੱਕ ਦੋ ਗੱਲਾਂ ਮਿਲਦੀਆਂ ਸ਼ਿਲਾਲੇਖਾਂ ਵਿੱਚ ਵੀ ਇਹ ਰਾਜੇ ਦੀ ਪ੍ਰਸ਼ੰਸਾ ਕੀਤੀ ਗਈ ਆ। ਠੀਕ ਹੈ ਜੀ, ਇਹ ਕੀ ਆ? ਪ੍ਰਸ਼ੰਸਾ। ਹਰਸ਼ਵਰਧਨ ਦੇ ਕੋਈ ਬਹੁਤੇ ਸ਼ਿਲਾਲੇਖ ਨਹੀਂ ਮਿਲਦੇ, ਚਲੋ ਮਿਲਦੇ ਵੀ ਆ ਪਰ ਇਸ ਤਰ੍ਹਾਂ ਦੀ ਗੱਲਾਂ ਨਹੀਂ। ਆਪਾਂ ਪੜ੍ਹਿਆ ਸੀ ਕਿ ਅਸ਼ੋਕਾ ਨੇ ਕਾਫੀ ਸ਼ਿਲਾਲੇਖ ਖੁਦਵਾਏ ਸੀ ਜਿਹਦੇ ਵਿੱਚ ਉਹਨਾਂ ਆਪਸੀ ਸਦਭਾਵਨਾ ਦੇ ਸੰਦੇਸ਼ ਦਿੱਤੇ ਸੀ, ਇੱਕ ਗੱਲ। ਅਤੇ ਦੂਸਰੀ ਗੱਲ, NCERT ਵਿੱਚ ਇੱਕ ਬਾਕਸ ਆ ਜਿੱਥੇ ਅਸ਼ੋਕਾ ਦੀਆਂ ਸ਼ਿਲਾਲੇਖ ਵਿੱਚ ਕੀ ਕੀ ਲਿਖਿਆ ਆ ਉਹ ਗੱਲਾਂ ਲਿਖੀਆਂ ਆ। ਉਹਦੇ ਵਿੱਚ ਇਹ ਗੱਲ ਸਾਫ਼-ਸਾਫ਼ ਲਿਖੀ ਆ ਜੀ ਵੀ ਆਪਸ 'ਚ ਪ੍ਰੇਮ ਨਾਲ ਰਹਿਣਾ, ਦੂਸਰੇ ਧਰਮ ਦੀ ਨਿੰਦਾ ਨਹੀਂ ਕਰਨੀ। ਇਹ ਗੱਲ NCERT ਤੋਂ ਲਈ ਗਈ ਆ ਅਤੇ ਆਨਸਰ ਹੈ ਜੀ ਅਸ਼ੋਕ। ਸਮਰਾਟ ਅਸ਼ੋਕ ਨੇ ਇਹ ਗੱਲਾਂ ਕਹੀਆਂ ਸੀ। ਨਹੀਂ ਵੀ ਤੁਹਾਨੂੰ ਆਉਂਦਾ, ਥੋੜ੍ਹਾ ਦਿਮਾਗ ਲਾਓਗੇ ਤੁਹਾਨੂੰ ਪਤਾ ਲੱਗ ਜਾਣਾ ਕਿ ਆਪਸੀ ਸਦਭਾਵਨਾ ਦੀ ਗੱਲ ਬਾਰ-ਬਾਰ ਅਸ਼ੋਕ ਨੇ ਕੀਤੀ ਸੀ। ਅੱਗੇ ਦੇਖਦੇ ਹਾਂ ਜੀ। With reference to the history of India, consider the following pairs। ਕੁਛ ਪੇਅਰ ਦੇਤੇ ਆ ਜੀ। ਫੇਮਸ ਪਲੇਸ ਪ੍ਰੈਜੈਂਟ ਸਟੇਟ, ਵੀ ਕੁਛ ਪਲੇਸਿਸ ਦਿੱਤੀਆਂ ਗਈਆਂ ਆ, ਆਹ ਥਾਂ ਦਿੱਤਾ ਗਿਆ ਆ ਅਤੇ ਪੁੱਛਿਆ ਗਿਆ ਕਿ ਅੱਜ ਦੇ ਸਮੇਂ ਇਹ ਕਿਹੜੇ ਸਟੇਟ ਵਿੱਚ ਆ ਜੀ, ਕਿਹੜੇ ਸਟੇਟ ਵਿੱਚ ਆ ਜੀ। ਬਿਲਸਾ ਮੱਧ ਪ੍ਰਦੇਸ਼, ਸਾਨੂੰ ਨਹੀਂ ਪਤਾ, ਹੋ ਵੀ ਸਕਦਾ ਨਹੀਂ ਵੀ ਹੋ ਸਕਦਾ। ਦਵਾਰ ਸਮੁੰਦਰ ਮਹਾਰਾਸ਼ਟਰ ਲਿਖਿਆ, ਪਤਾ ਨਹੀਂ ਸਾਨੂੰ। ਗਿਰੀਨਗਰ ਗੁਜਰਾਤ ਵਿੱਚ ਆ ਜੀ, ਪਤਾ ਨਹੀਂ ਸਾਨੂੰ। ਥਾਨੇਸ਼ਵਰ ਉੱਤਰ ਪ੍ਰਦੇਸ਼ ਵਿੱਚ ਆ, ਇਹ ਸਾਨੂੰ ਥੋੜ੍ਹਾ ਪਤਾ ਕਿ ਥਾਨੇਸ਼ਵਰ ਹਰਸ਼ਵਰਧਨ ਦੇ ਰਾਜ ਦੀ ਪਹਿਲਾਂ ਰਾਜਧਾਨੀ ਸੀ। ਅੱਜ ਦੇ ਹਰਿਆਣੇ ਵਿੱਚ ਆ ਜੀ ਇਹ, ਅਸੀਂ ਮੈਪ ਵੀ ਦੇਖਿਆ ਸੀ। ਅਤੇ ਉੱਤਰ ਪ੍ਰਦੇਸ਼ ਵਿੱਚ ਨਹੀਂ ਆ। ਥਾਨੇਸ਼ਵਰ ਤੋਂ ਉਹ ਆਪਣੀ ਰਾਜਧਾਨੀ ਲੈ ਗਿਆ ਸੀ ਕਨੌਜ। ਹੁਣ ਤੁਸੀਂ ਦੇਖਿਆ ਨਾ ਕਿ ਜਦੋਂ ਤੁਸੀਂ ਪੜ੍ਹਦੇ ਆ ਹਿਸਟਰੀ ਵੀ, ਥਾਨੇਸ਼ਵਰ ਦਾ ਜ਼ਿਕਰ ਆਇਆ, ਕਨੌਜ ਦਾ ਜ਼ਿਕਰ ਆਇਆ, ਤੁਸੀਂ ਉਸੇ ਵੇਲੇ ਉਹਨੂੰ ਮੈਪ 'ਚ ਦੇਖ ਲੈਣਾ। ਥਾਨੇਸ਼ਵਰ ਹਰਿਆਣੇ 'ਚ ਆ ਜਗ੍ਹਾ, ਉੱਤਰ ਪ੍ਰਦੇਸ਼ ਵਿੱਚ ਨਹੀਂ। ਅਤੇ ਕਰੈਕਟਲੀ ਆਪਾਂ ਲੱਭਣਾ ਆ, ਇਹਦਾ ਮਤਲਬ ਚੌਥਾ ਹੋ ਗਿਆ ਗਲਤ। ਆਨਸਰ ਆ ਜੀ A ਅਤੇ C ਵਿੱਚੋਂ ਕੋਈ ਇੱਕ। ਪਹਿਲਾ ਤੀਜਾ, ਦੂਜਾ ਤੀਜਾ। ਹੁਣ ਤੀਜਾ ਤਾਂ ਦੋਵਾਂ ਵਿੱਚ ਆ, ਇਹਦਾ ਮਤਲਬ ਤੀਜੇ ਨੂੰ ਆਪਾਂ ਨਾ ਧਿਆਨ ਦੇਈਏ, ਤੀਜਾ ਸਹੀ ਆ। ਗਿਰੀਨਗਰ ਗੁਜਰਾਤ ਵਿੱਚ ਆ। ਗੱਲ ਫਸਦੀ ਆ ਜੀ ਪਹਿਲੇ ਅਤੇ ਦੂਜੇ ਵਿੱਚ। ਦਵਾਰ ਸਮੁੰਦਰ ਜਾਂ ਬਿਲਸਾ ਸਾਨੂੰ ਪਤਾ ਨਹੀਂ। ਦਵਾਰ ਸਮੁੰਦਰ ਬਾਰੇ ਥੋੜ੍ਹਾ ਤੁੱਕਾ ਲਾਇਆ ਜਾ ਸਕਦਾ, ਜਾਂ ਵੈਸੇ ਵੀ ਸੀ ਇਹ ਥੋੜ੍ਹੀ ਨੌਲੇਜ ਹੋਣੀ ਚਾਹੀਦੀ ਆ। ਇੰਪੋਰਟੈਂਟ ਇਹ ਹੈ ਜੀ ਸ਼ਹਿਰ। ਦਵਾਰ ਸਮੁੰਦਰ ਜੀ ਕਰਨਾਟਕਾ ਵਿੱਚ ਆ, ਠੀਕ। ਅਤੇ ਆਹ ਦੂਜਾ ਵੀ ਕੀ ਹੋ ਗਿਆ? ਦੂਜਾ ਗਲਤ ਹੋ ਗਿਆ ਅਤੇ ਆਨਸਰ ਕੀ ਹੋ ਗਿਆ ਜੀ? A। ਤੁਹਾਨੂੰ ਮੈਂ ਇੱਕ ਹੋਰ ਟ੍ਰਿਕ ਦੱਸਦਾ। ਮੰਨ ਲਓ ਤੁਸੀਂ ਪ੍ਰਸ਼ਨ ਕੀਤੇ ਆ ਤਾਂ ਤੁਸੀਂ ਆਪਣੀ ਨੌਲੇਜ ਨਾਲ ਚਾਰਾਂ ਵਿੱਚੋਂ ਦੋ ਚੱਕ ਲਏ ਆ। ਜਿੱਦਾਂ ਹੁਣ ਇੱਥੇ ਕੀ ਆ? A ਅਤੇ C ਵਿੱਚੋਂ ਕੋਈ ਇੱਕ ਆਨਸਰ ਆ। ਅਤੇ ਪੇਪਰ ਐਂਡ ਹੋਣ ਤੱਕ ਤੁਹਾਡੇ ਕੋਲ 10 ਆਪਸ਼ਨ ਆ। 10 ਇਸ ਤਰ੍ਹਾਂ ਦੇ ਪ੍ਰਸ਼ਨ ਹੋ ਗਏ ਜਿਹਦੇ ਵਿੱਚ ਤੁਹਾਨੂੰ 2 ਆਪਸ਼ਨ ਪਤਾ ਆ, ਬਾਕੀ ਤੁਸੀਂ 2 ਚੱਕਦੇ ਆ, ਤੁਹਾਨੂੰ 2 ਆਪਸ਼ਨ ਪਤਾ। ਤੁਹਾਨੂੰ ਇਹ ਨਹੀਂ ਪਤਾ ਕਿ ਹੁਣ ਮੈਂ ਦੋਵਾਂ ਵਿੱਚੋਂ ਕਿਹੜਾ ਆਨਸਰ ਲਾਵਾਂ। ਤਾਂ ਇੱਕ ਤੁੱਕਾ ਆ ਜੀ, ਜੇ ਤੁਹਾਡੇ ਕੋਲ ਕੋਈ ਚਾਰਾ ਹੈ ਹੀ ਨਹੀਂ, ਤੁਹਾਡੇ ਕੋਲ 10-12 ਪ੍ਰਸ਼ਨ ਇਸ ਤਰ੍ਹਾਂ ਦੇ ਆ ਜਿਹਦੇ ਵਿੱਚ 50-50 ਆ, ਠੀਕ ਹੈ। ਫਿਰ ਮੈਂ ਕੀ ਕਰਦਾ ਹੁੰਦਾ, ਸਾਰਿਆਂ ਦੇ ਪਹਿਲੇ ਵਾਲਾ ਲਾ ਦਿੰਦਾ ਹੁੰਦਾ। ਜੇ ਮੰਨ ਲਓ A ਅਤੇ B ਵਿੱਚ ਫਸਿਆ ਨਾ ਤਾਂ ਮੈਂ A ਲਾ ਦਿੰਦਾ ਹੁੰਦਾ। ਜੇ ਤੁਹਾਡੇ ਕੋਲ ਚਾਰਾ ਹੀ ਕੋਈ ਨਹੀਂ ਤਾਂ ਫਿਰ ਤੁਸੀਂ ਪਹਿਲੇ ਵਾਲੇ 'ਤੇ ਟਿਕ ਕਰ ਦਿਓ। ਜੇ ਤੁਸੀਂ ਚਾਰਾਂ 'ਚੋਂ 2 ਕੱਢ ਲਏ ਆ, ਕਨਫਿਊਜ਼ਿੰਗ ਆ, ਤੁਹਾਡੇ ਕੋਲ 10-12 ਪ੍ਰਸ਼ਨ ਹੈਗੇ ਆ,
ਛੱਡਣ ਦੀ ਬਜਾਏ, ਕਿਉਂਕਿ ਮੈਂ ਦੱਸਿਆ ਨਾ ਕਿ ਦੋਵਾਂ ਵਿੱਚੋਂ ਤੁੱਕਾ ਲਾਣਾ ਵਧੀਆ ਗੱਲ ਆ। ਦੇਖੋ 50% ਤੁਹਾਡੇ ਚਾਂਸ ਹੋ ਜਾਣੇ ਸਹੀ ਹੋਣ ਦੇ, ਕਿਉਂਕਿ ਪਹਿਲੇ ਲਾਤਾ ਤੁਸੀਂ, ਤੇ ਨੰਬਰ ਤੁਹਾਡੇ 'ਚ ਗਲਤ ਵੀ ਹੋਇਆ ਤਾਂ 1/3 ਘੱਟ ਹੋਣੇ ਆ, ਠੀਕ ਹੈ। ਤਾਂ ਵੈਸੇ ਵੀ ਤੁਸੀਂ ਅੱਧੇ ਛਾਂਟਦੇ ਆ, ਤਾਂ ਵੈਸੇ ਵੀ ਤੁਹਾਡੇ ਗਲਤ ਹੋਣ ਦੇ ਚਾਂਸ ਅੱਧੇ ਹੋਣੇ ਆ। ਕਹਿਣ ਦਾ ਭਾਵ ਆ ਇਹ ਵੀ ਇੱਕ ਟ੍ਰਿਕ ਆ ਜੀ, ਤੁਸੀਂ ਫੋਲੋ ਕਰ ਸਕਦੇ ਆ। ਜਾਂ ਤੁਸੀਂ ਇੱਦਾਂ ਕਰ ਸਕਦੇ ਆ, ਜੇ A ਤੇ C ਆ ਤਾਂ ਹਰੇਕ ਦੇ C ਲਾ ਦਿਓ, ਦੂਸਰੇ ਵਾਲਾ ਲਾ ਦਿਓ, ਤਾਂ ਕਿ ਪ੍ਰੋਬੇਬਿਲਿਟੀ ਤੁਹਾਡੀ ਕੀ ਹੋਵੇ, ਨੈਟ ਪੋਜ਼ੀਟਿਵ। ਇਸ ਗੱਲ ਨੂੰ ਸਮਝਿਓ, ਸਮਝਣ ਦੀ ਕੋਸ਼ਿਸ਼ ਕਰਿਓ। ਮੇਰਾ ਪੁਆਇੰਟ ਸਮਝੇ ਨਾ। ਜੇ ਤੁਹਾਡੇ ਕੋਲ 10-12 ਪ੍ਰਸ਼ਨ ਆ, ਉਹਦੇ ਵਿੱਚ ਤੁਸੀਂ 2 ਆਪਸ਼ਨ ਚੱਕ ਲਏ ਆ, 2 ਆਪਸ਼ਨ ਤੁਹਾਨੂੰ ਪਤਾ ਵੀ ਦੋਵਾਂ 'ਚ ਇੱਕ ਆਨਸਰ ਆ, ਤੇ ਤੁਹਾਨੂੰ ਹੁਣ ਪਤਾ ਨਹੀਂ ਲੱਗਦਾ ਕੀ ਆ, ਤੇ ਐਂਡਲੇ 5 ਮਿੰਟ ਬਚੇ ਆ, 2 ਮਿੰਟ ਬਚੇ ਆ, ਤੇ ਤੁਹਾਡੇ ਕੋਲ ਐਗਜ਼ਾਮੀਨਰ ਸ਼ੀਟ ਲੈਣ ਲੱਗਾ, ਤੁਸੀਂ ਹਰ ਇੱਕ ਦੇ A ਲਾ ਦਿਓ, ਨੈਟ ਪ੍ਰੋਬੇਬਿਲਿਟੀ ਪੋਜ਼ੀਟਿਵ ਹੋ ਜਾਂਦੀ ਆ। ਅੱਗੇ ਪੜ੍ਹਦੇ ਹਾਂ ਜੀ। ਆਹ ਦੇਖੋ ਜੀ, ਬਿਲਸਾ ਹੈ ਜੀ ਮੱਧ ਪ੍ਰਦੇਸ਼ ਵਿੱਚ, ਇਹਨੂੰ ਵਿਦਿਸ਼ਾ ਵੀ ਕਹਿੰਦੇ ਆ। ਤੇ ਇਹ ਸੁੰਗ ਡਾਇਨੈਸਟੀ ਪੁਸ਼ਯਮਿੱਤਰ ਸੁੰਗ ਵਾਲੀ ਮੌਰੀਆ ਕਾਲ ਤੋਂ ਬਾਅਦ ਸੁੰਗ ਡਾਇਨੈਸਟੀ ਆਈ ਸੀ, ਉਹਦਾ ਮੇਨ ਸੈਂਟਰ ਸੀ ਬਿਲਸਾ, ਮੱਧ ਪ੍ਰਦੇਸ਼। ਇਹ ਤੁਸੀਂ ਨੋਟ ਕਰ ਲੈਣਾ। ਗਿਰੀਨਗਰ ਗੁਜਰਾਤ ਵਿੱਚ ਆ ਜੀ, ਠੀਕ ਹੈ ਜੀ। ਥਾਨੇਸ਼ਵਰ ਆਪਾਂ ਪੜ੍ਹਿਆ ਸੀ ਕਿ ਪਹਿਲਾਂ ਹਰਿਆਣੇ ਵਿੱਚ ਸੀ, ਤੇ ਇਹ ਕੀ ਸੀ, ਪੁਸ਼ਯਭੂਤੀ ਡਾਇਨੈਸਟੀ, ਜਿਨ੍ਹਾਂ ਤੋਂ ਹਰਸ਼ਵਰਧਨ ਬਿਲੋਂਗ ਕਰਦਾ ਸੀ, ਤੇ ਉਹ ਪਹਿਲਾਂ ਉਹਨਾਂ ਦੀ ਰਾਜਧਾਨੀ ਇਹ ਸੀ ਥਾਨੇਸ਼ਵਰ, ਤੇ ਬਾਅਦ ਵਿੱਚ ਉਹ ਸ਼ਿਫਟ ਹੋ ਗਏ ਸੀ ਕਿੱਥੇ, ਕਨੌਜ ਵਿੱਚ। ਬਾਅਦ ਵਿੱਚ ਉਹ ਕਨੌਜ ਚਲੇ ਗਏ ਸੀ। ਕਨੌਜ ਕਿੱਥੇ ਆ ਜੀ, ਯੂਪੀ ਵਿੱਚ। ਦਵਾਰ ਸਮੁੰਦਰ ਮਹਾਰਾਸ਼ਟਰ ਨਹੀਂ, ਇਹ ਗਲਤ ਆ ਜੀ। ਦਵਾਰ ਸਮੁੰਦਰ ਜਿਹੜੀ ਹੋਇਸਾਲਾ ਡਾਇਨੈਸਟੀ ਸੀ ਨਾ, 12ਵੀਂ-13ਵੀਂ ਸ਼ਤਾਬਦੀ ਵਿੱਚ ਰੂਲ ਕੀਤਾ ਸਾਊਥ ਇੰਡੀਆ ਵਿੱਚ, ਕਰਨਾਟਕਾ ਸਾਈਡ, ਯੂਜ਼ ਟੂ ਰੂਲ ਫਰੋਮ ਦਵਾਰ ਸਮੁੰਦਰ। ਉਹਨਾਂ ਦੀ ਕੈਪੀਟਲ ਕਿਹੜੀ ਸੀ, ਮੇਨ ਉਹ ਕਿੱਥੋਂ ਰਾਜ ਕਰਦੇ ਸੀ, ਦਵਾਰ ਸਮੁੰਦਰ ਤੋਂ। ਇਹਨੂੰ ਹੇਲਬਿਡ ਵੀ ਕਹਿੰਦੇ ਸੀ, ਯਾਦ ਕਰ ਲਿਓ, ਦਵਾਰ ਸਮੁੰਦਰ ਨੂੰ ਹੇਲਬਿਡ ਵੀ ਕਹਿੰਦੇ ਸੀ। ਇਹ ਕਿੱਥੇ ਆ ਜੀ, ਕਰਨਾਟਕਾ ਵਿੱਚ। ਹੋਇਸਾਲਾ ਰੂਲ ਕਰਦੇ ਸੀ ਇੱਥੇ, 12ਵੀਂ-13ਵੀਂ ਸ਼ਤਾਬਦੀ ਦੀਆਂ ਗੱਲਾਂ ਆ। ਅੱਗੇ ਜੀ, ਵਿਦ ਰੈਫਰੈਂਸ ਟੂ ਦਾ ਪੀਰੀਅਡ ਆਫ ਗੁਪਤਾ ਡਾਇਨੈਸਟੀ, ਗੁਪਤ ਸਾਮਰਾਜ ਦੀ ਗੱਲ ਹੋ ਰਹੀ ਆ। ਇਨ ਏਸ਼ੀਅੰਟ ਇੰਡੀਆ ਦਾ ਟਾਊਨ ਗੰਟਸਲਾ ਤੇ ਕਦੂਰਾ ਤੇ ਚੌਲ, ਇਹ ਕੀ ਹੈ ਜੀ, ਇਹ ਕੀ ਹੈ? ਇਹ ਕੋਈ ਬੰਦਰਗਾਹਾਂ ਆ, ਇਹ ਰਾਜਧਾਨੀਆਂ ਸੀ ਉਹਨਾਂ ਦੀ, ਪਾਵਰਫੁਲ ਕਿੰਗਡਮਸ ਦੀਆਂ। ਇੱਥੇ ਆਰਟ ਐਂਡ ਆਰਕੀਟੈਕਚਰ ਬਹੁਤ ਵਧੀਆ ਸੀ, ਤੇ ਇਹ ਬੋਧੀਆਂ ਦਾ ਇੰਪੋਰਟੈਂਟ ਧਾਰਮਿਕ ਸਥਾਨ ਆ। ਸਾਨੂੰ ਨਹੀਂ ਪਤਾ, ਮੈਂ ਹੁਣ ਸਕਿਪ ਕਰਕੇ ਆਉਣਾ, ਤੇ ਆਨਸਰ ਹੈ ਜੀ ਇਹ ਪੋਰਟ ਸੀਗਾ, ਇਹ ਪੋਰਟ ਸੀਗੇ। ਅੱਗੇ ਚੱਲਦੇ ਜੀ। ਵਿਦ ਰੈਫਰੈਂਸ ਟੂ ਕਲਚਰ ਹਿਸਟਰੀ ਆਫ ਇੰਡੀਆ ਕੰਸਿਡਰ ਦਾ ਫੋਲੋਇੰਗ ਪੇਅਰਸ। ਦੇਖਦੇ ਹਾਂ ਜੀ, ਕੁਛ ਪੇਅਰ ਦਿੱਤੇ ਆ ਜੀ। ਪਰਿਵਰਾਜਕ ਉਹ ਬੰਦਾ ਜਿਹਨ ਰਿਨੰਸ਼ੀਐਂਟਰ ਐਂਡ ਵਾਂਡਰਰ, ਜਿਹਨ ਦੁਨੀਆ ਦਾ ਤਿਆਗ ਕਰਤਾ, ਤੇ ਉਹ ਕੀ ਆ, ਹੁਣ ਇੱਧਰ ਉੱਧਰ ਘੁੰਮ ਕੇ ਗੁਜ਼ਾਰਾ ਕਰਦਾ, ਇੱਕ ਥਾਂ ਤੋਂ ਦੂਜੀ ਥਾਂ ਜਾਂਦੇ, ਜਿਸ ਤਰ੍ਹਾਂ ਸਾਧੂ ਹੁੰਦੇ ਆ ਨਾ, ਸੰਨਿਆਸੀ ਹੁੰਦੇ ਆ, ਤੁਰਦੇ ਫਿਰਦੇ ਰਹਿੰਦੇ ਆ। ਪਰਿਜੀਵਕ, ਉਹਨਾਂ ਨੂੰ ਕਹਿੰਦੇ ਪਰਿਜੀਵਕ। ਕੀ ਇਹ ਗੱਲ ਸਹੀ ਆ, ਪਤਾ ਨਹੀਂ ਸਾਨੂੰ। ਸ਼ਰਮਨ ਪ੍ਰੀਸਟ ਵਿਦ ਹਾਈ ਸਟੇਟਸ, ਇਸ ਤਰ੍ਹਾਂ ਦਾ ਪੁਜਾਰੀ ਜਿਹਦਾ ਸਟੇਟਸ ਬਹੁਤ ਹਾਈ ਆ, ਇਹ ਗੱਲ ਗਲਤ ਆ। ਆਪਾਂ ਪੜ੍ਹਿਆ ਕਿ ਜਦੋਂ ਜਿਹੜਾ ਵੈਦਿਕ ਧਰਮ ਪ੍ਰਭਾਵੀ ਹੋ ਗਿਆ ਸੀ, ਉਹਦੇ ਰਿਚੁਅਲਸ ਜ਼ਿਆਦਾ ਥੋੜ੍ਹੇ ਹੋ ਗਏ ਸੀ, ਜ਼ਿਆਦਾ ਦਿਖਾਵੇ ਵਾਲੇ ਹੋ ਗਏ ਸੀ, ਤੇ ਉਹਦੇ ਵਿਰੋਧ ਵਿੱਚੋਂ ਜਿਹੜਾ ਟਰਡੀਸ਼ਨ ਆਇਆ ਸੀ ਨਾ, ਜੈਨ, ਬੁੱਧ, ਅਜੀਵਿਕਾ, ਉਹਨਾਂ ਨੂੰ ਕਹਿੰਦੇ ਜੀ ਸ਼ਰਮਨ ਟਰਡੀਸ਼ਨ, ਸ਼ਰਮਿਕ। ਇਹਨਾਂ ਨੇ ਵੈਦਿਕ ਰਿਚੁਅਲਸ ਦਾ ਕੀ ਕੀਤਾ ਸੀ, ਵਿਰੋਧ ਕੀਤਾ ਸੀ। ਇਸ ਲਈ ਇਹ ਗੱਲ ਹੋ ਗਈ ਗਲਤ। ਇਹ ਕੋਈ ਹਾਈ ਪ੍ਰੀਸਟ ਨਹੀਂ ਸੀ, ਇਹ ਉਹ ਗਰੁੱਪ ਦੇ ਲੋਕ ਸੀ ਜਿਨ੍ਹਾਂ ਨੇ ਵੈਦਿਕ ਰਿਚੁਅਲਸ ਦਾ ਵਿਰੋਧ ਕੀਤਾ ਸੀ। ਦੂਜਾ ਚੱਕੋ ਜੀ, ਕਰੈਕਟਲੀ ਮੈਚ ਲੱਭਣਾ ਆਪਾਂ। ਦੂਜਾ ਚੱਕੋ, ਚੱਕਤਾ, ਸਿੱਧਾ ਆਨਸਰ B ਆ ਗਿਆ ਜੀ। ਦੇਖੋ ਇੱਕ ਪ੍ਰਸ਼ਨ ਨਾਲ ਹੀ ਆਨਸਰ ਆ ਗਿਆ, ਇਹ ਪਹਿਲਾ ਤੇ ਤੀਜਾ ਸਹੀ ਆ। ਉਪਾਸਕ ਕੌਣ ਹੁੰਦੇ ਜੀ, ਲੇ ਫੋਲੋਵਰ ਆਫ ਬੁੱਧਿਜ਼ਮ, ਜਿਹੜੇ ਆਮ ਹੁੰਦੇ ਨਾ ਫੋਲੋ ਕਰਦੇ ਬੁੱਧ ਧਰਮ ਨੂੰ, ਉਹਨੂੰ ਕਹਿੰਦੇ ਉਪਾਸਕ। ਤੂੰ ਕਿਸ ਧਰਮ ਦਾ ਉਪਾਸਕ ਆ, ਬੁੱਧ ਧਰਮ ਦਾ ਉਪਾਸਕ ਆ। ਇੱਕ ਹੁੰਦੇ ਮੌਂਕ ਹੁੰਦੇ ਭਿਕਸ਼ੂ, ਤਾਂ ਜਿਹੜੇ ਆਮ ਅਨੁਆਈ ਹੁੰਦੇ ਆ ਉਹਨਾਂ ਨੂੰ ਕਹਿੰਦੇ ਉਪਾਸਕ। ਇਹ ਗੱਲ ਸਹੀ ਹੈ ਜੀ। ਤੇ ਪਰਿਵਰਾਜਕ ਜਿਨ੍ਹਾਂ ਨੇ ਤਿਆਗ ਕਰਤਾ, ਤੇ ਉਹ ਵਾਂਡਰਰ ਆ, ਘੁੰਮਦੇ ਆ, ਇੱਧਰ ਉੱਧਰ ਜਾਂਦੇ ਆ ਸਾਧੂਆਂ ਵਾਂਗੂ, ਉਹਨਾਂ ਨੂੰ ਕਹਿੰਦੇ ਪਰਿਵਰਾਜਕ। ਠੀਕ, ਇਹ ਤੁਸੀਂ ਦੇਖ ਲੈਣਾ, ਥੋੜ੍ਹਾ ਪੜ੍ਹ ਲੈਂਦੇ ਜੀ। ਉਹੀ ਗੱਲ ਆ, ਵੈਦਿਕ ਯੁੱਗ ਦੌਰਾਨ ਰਸਮਾਂ ਅਤੇ ਬਲਿਦਾਨਾਂ 'ਤੇ ਬਹੁਤ ਜ਼ੋਰ ਦਿੱਤਾ ਗਿਆ ਸੀ।
ਇਸ ਕਿਸਮ ਦੀ ਅਤ ਕਰਮ ਕਾਂਡ ਦੇ ਪ੍ਰਤੀਕਰਮ ਦੇ ਰੂਪ ਵਿੱਚ ਸ਼੍ਰਮਣ ਧਰਮ ਪੈਦਾ ਹੋਇਆ। ਠੀਕ ਹੈ ਨਾ, ਇਸ ਦੇ ਰਿਐਕਸ਼ਨ ਤੋਂ ਕੀ ਹੋਇਆ ਜੀ, ਕਿਹੜਾ ਧਰਮ ਹੋਂਦ ਵਿੱਚ ਆਇਆ, ਸ਼੍ਰਮਿਕ। ਇਹ ਸ਼੍ਰਮਿਕ ਇੱਕ ਧਰਮ ਨਹੀਂ ਸੀ, ਇਹ ਡਿਫਰੈਂਟ ਧਰਮਾਂ ਨੂੰ ਇਕੱਠਿਆਂ ਸ਼੍ਰਮਿਕ ਕਹਿ ਦਿੰਦੇ ਆ, ਜਿਨ੍ਹਾਂ ਨੇ ਵੈਦਿਕ ਰਿਚੁਅਲਸ ਦਾ ਵਿਰੋਧ ਕੀਤਾ, ਜਿਸ ਨੇ ਵੇਦਾਂ ਦੇ ਕਿਰਿਆਕਰਮ ਅਤੇ ਬਲੀਆਂ ਦੀ ਪ੍ਰਭਾਵਸ਼ੀਲਤਾ ਦਾ ਵਿਰੋਧ ਕੀਤਾ। ਠੀਕ ਹੈ ਜੀ। ਸ਼੍ਰਮਣ ਜਾਤ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਸਾਰੇ ਲੋਕਾਂ ਵਿੱਚੋਂ ਭਰਤੀ ਕੀਤੇ ਗਏ ਸਨ। ਇਹ ਵੀ ਇੰਪੋਰਟੈਂਟ ਆ। ਇਹਨਾਂ ਨੂੰ ਕੋਈ ਇਹ ਨਹੀਂ ਸੀ ਕਿ ਜੇ ਤੁਸੀਂ ਸਾਡੇ ਗਰੁੱਪ ਵਿੱਚ ਆਉਣਾ ਆ ਤਾਂ ਤੁਸੀਂ ਬ੍ਰਾਹਮਣ ਹੀ ਹੋਵੋ, ਨਹੀਂ, ਜਾਂ ਅਪਰ ਕਾਸਟ ਹੀ ਹੋਵੋ। ਉਹ ਕਹਿੰਦੇ ਕਿਸੇ ਵੀ ਜਾਤ ਦਾ, ਕਿਸੇ ਵੀ ਧਰਮ ਦਾ ਸਾਡੇ ਗਰੁੱਪ ਵਿੱਚ, ਸਾਡੇ ਧਰਮ ਵਿੱਚ ਆ ਸਕਦਾ। ਉਹਨਾਂ ਦੇ ਅਧਿਆਪਕ ਵੈਦਿਕ ਅਤੇ ਬ੍ਰਾਹਮਣ ਵਿਰੋਧੀ ਸਨ। ਠੀਕ ਹੈ ਨਾ, ਵੈਦਿਕ ਪੀਪਲ ਜਿਹੜੇ ਵੇਦਾਂ 'ਤੇ ਵਿਸ਼ਵਾਸ ਕਰਦੇ ਸੀ, ਤੇ ਬ੍ਰਾਹਮਣ, ਇਹਨਾਂ ਸਾਰਿਆਂ ਦੇ ਵਿਰੋਧੀ ਸਨ। ਕੌਣ? ਸ਼੍ਰਮਣ ਦੇ ਲੀਡਰ। ਅਤੇ ਉਹਨਾਂ ਨੇ ਵੈਦਿਕ ਸਿੱਖਿਆ ਅਤੇ ਵੈਦਿਕ ਰੀਤੀ ਰਿਵਾਜਾਂ ਨੂੰ ਚੁਣੌਤੀ ਦਿੱਤੀ ਸੀ। ਠੀਕ ਹੈ ਜੀ। ਸ਼੍ਰੀ ਨਾਰਾਇਣ ਗੁਰੂ ਪਰਿਵਰਾਜਕ ਬਣ ਗਏ ਸਨ। ਪਰਿਵਰਾਜਕ ਜੋ ਸੱਚ ਦੀ ਖੋਜ ਵਿੱਚ ਥਾਂ ਥਾਂ ਭਟਕਦਾ ਹੈ। ਪਹਿਲਾ ਪੁਆਇੰਟ ਵੀ ਸਹੀ ਹੋ ਗਿਆ। ਅੱਗੇ ਦੇਖਦੇ ਹਾਂ ਜੀ। ਠੀਕ ਹੈ ਜੀ, ਇੱਥੇ ਹੀ ਸਾਡਾ ਖਤਮ ਹੋ ਜਾਂਦਾ ਜੀ। ਤੇ ਅਸੀਂ ਨਾ ਹੁਣ 2020 ਤੱਕ ਪ੍ਰਸ਼ਨ ਕਰ ਲਏ ਆ। ਉਸ ਤੋਂ ਬਾਅਦ ਅਸੀਂ ਹੁਣ ਨਾ ਟੌਪਿਕ ਵਾਈਜ਼ ਨਹੀਂ, ਪੂਰੇ ਦੇ ਪੂਰੇ ਉਸੇ ਸਾਲ ਦੇ ਪ੍ਰਸ਼ਨ ਹੱਲ ਕਰਾਂਗੇ। ਏਸ਼ੀਅਨ ਹਿਸਟਰੀ ਨੂੰ ਅਸੀਂ ਹੁਣ ਇੱਥੇ ਹੀ ਰੱਖਦੇ ਹਾਂ। ਅਗਲੇ ਲੈਕਚਰ 'ਚ ਅਸੀਂ ਮਿਡੀਵਲ ਹਿਸਟਰੀ, ਮੱਧਕਾਲੀਨ ਭਾਰਤ ਦੇ ਪ੍ਰਸ਼ਨ ਲੈ ਕੇ ਆਵਾਂਗੇ। ਠੀਕ ਹੈ ਜੀ, ਅੱਜ ਲਈ ਇੰਨਾ ਹੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।